ਗੁਰੂ ਸਾਹਿਬ ਨਾਲ ਸੰਬੰਧਿਤ ਕਿਹੜੇ ਤੁਹਾਡੇ ਕੋਲ ਸ਼ਾਸਤਰ ਜਾਂ ਬਸਤਰ ਕੀ ਕੁਛ ਹੈਗੇ ਜੀ? ਸਾਡੇ ਕੋਲ ਗੁਰੂ ਸਾਹਿਬ ਦੀ ਦਸਤਾਰ, ਗੁਰੂ ਸਾਹਿਬ ਦੀ ਕੇਸਕੀ, ਮਾਤਾ ਜੀ ਦਾ ਰੇਪ ਪਜਾਮਾ, ਗੁਰੂ ਸਾਹਿਬ ਦਾ ਚੋਲਾ ਅੰਦਰਖਾ ਉਹ ਹੈ। ਦੋ ਆਪਣਾ ਤੇਗਾ ਗੁਰੂ ਸਾਹਿਬ ਦੇ ਜਿਹੜਾ ਪੇਂਟ ਕੀਤਾ। ਤੇ ਉਸ ਤੋਂ ਬਾਅਦ ਇੱਕ ਤੇਗਾ ਆਉਂਦਾ ਜੀ, ਉਸ ਦੇ ਉੱਪਰ ਕੁਝ ਲਿਖਿਆ ਹੋਇਆ, ਉਹ ਕੀ ਲਿਖਿਆ ਹੋਇਆ ਜੀ? ਅੱਗੇ ਗੱਲ ਹੈ ਜਿਹੜੀ ਬਹੁਤ ਛੋਟੇ ਸਾਈਜ਼ ਦੇ ਵਿੱਚ ਮਹਾਰਾਜ ਦੀ ਬੀੜ ਹੈਗੀ ਆ, ਉਹ ਕਿੱਥੋਂ ਆਈ ਸੀਗੀ? ਤੇ ਮੈਂ ਸੁਣਿਆ ਕਿ ਉਹ ਕਿਸੇ ਬਾਹਰਲੇ ਦੇਸ਼ ਤੋਂ ਆਈ ਹੋਈ ਹੈ। ਉਸ ਟਾਈਮ ਗੁਰੂ ਸਾਹਿਬ ਦੇ ਜੰਗਾਂ ਯੁੱਧਾਂ ਵਿੱਚ ਵਸਤਰ ਹੋਣ ਕਰਕੇ ਉਹਨਾਂ ਦੇ ਵਸਤਰਾਂ 'ਤੇ ਖੂਨ ਦੇ ਨਿਸ਼ਾਨ ਵੀ ਸਨ। ਬਾਬਾ ਜੀ ਨੇ ਉਹਨਾਂ ਨੂੰ ਨਵੇਂ ਵਸਤਰ ਪਹਿਨਾਏ। ਮੈਂ ਸੁਣਿਆ ਕਿ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਦੇ ਤਖਤ 'ਤੇ ਬਿਠਾਉਣ ਬਾਰੇ ਵੀ ਭਾਈ ਡੱਲਾ ਜੀ ਨੂੰ ਕਿਹਾ ਸੀਗਾ। ਜਦੋਂ ਗੁਰੂ ਸਾਹਿਬ ਇੱਥੋਂ ਔਰੰਗਜ਼ੇਬ ਦੀ ਚਿੱਠੀ ਆਈ ਹੈ, ਗੁਰੂ ਸਾਹਿਬ ਜਾਣੀ ਜਾਣ ਸਨ, ਉਹਨਾਂ ਨੂੰ ਪਤਾ ਸੀ ਵੀ ਔਰੰਗਜ਼ੇਬ ਨੇ ਹੁਣ ਨਹੀਂ ਰਹਿਣਾ ਉੱਥੇ, ਮੇਰਾ ਕੋਈ ਸਿੱਖ ਰਾਜ ਕਰੇ। ਅਤੇ ਗੁਰੂ ਸਾਹਿਬ ਨੇ ਖੁਸ਼ ਹੋ ਕੇ ਬਾਬਾ ਡਲ ਸਿੰਘ ਹੋਰਾਂ ਨੂੰ ਕਿਹਾ ਸੀ ਵੀ ਚੱਲ ਲੱਲਿਆ, ਤੈਨੂੰ ਅਸੀਂ ਦਿੱਲੀ ਦਾ ਰਾਜ ਦੇ ਦਈਏ। ਗੁਰੂ ਸਾਹਿਬ ਨੇ ਖੁਸ਼ ਹੋ ਕੇ ਬਾਬਾ ਡਲ ਸਿੰਘ ਨੂੰ ਇਹ ਵਰ ਦਿੱਤਾ, ਪਰਿਵਾਰ ਸਮੇਤ ਇੱਥੇ ਰਿਆਸਤਾਂ ਵੀ ਬਣੀਆਂ, ਸਭ ਕੁਝ ਹੋਇਆ, ਵੱਡੇ ਵੱਡੇ ਰਾਜੇ ਰਾਣੇ ਹੋਏ। ਬਾਰੇ ਹੋਰ ਕਿਸੇ ਪਰਿਵਾਰ ਕੋਲ ਨਹੀਂ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਦਿੱਤੀ ਹੋਈ, ਅਸੀਂ ਅੱਜ ਵੀ ਉਹਦਾ ਨਿੱਘ ਮਾਣ ਰਹੇ ਹਾਂ। ਇਹ ਸਾਡੇ ਕੋਲ ਗੁਰੂ ਸਾਹਿਬ ਦੇ ਹੱਥੀਂ ਅੰਮ੍ਰਿਤ ਛਕਾਏ ਹੋਣ ਕਰਕੇ ਇਹ ਇੱਕ ਵੀ ਪਰਿਵਾਰ ਦਾ ਮੈਂਬਰ ਸਿੱਖ ਧਰਮ ਤੋਂ ਪਾਸੇ ਨਹੀਂ। ਅੱਜ ਵੀ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਦੀ ਫਿਲਾਸਫੀ ਨੂੰ, ਸਿੱਖ ਧਰਮ ਨੂੰ ਸਾਰੇ ਮੰਨਦੇ। ਔਰੰਗਜ਼ੇਬ ਨੇ ਬਾਬਾ ਡਲ ਸਿੰਘ ਹੋਰਾਂ ਨੂੰ ਇੱਕ ਚਿੱਠੀ ਭੇਜੀ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਮੁਗਲਿਆ ਹਕੂਮਤ ਦੇ ਹਵਾਲੇ ਕਰ ਦਿਓ, ਅਸੀਂ ਤੁਹਾਡਾ ਰਾਜ ਭਾਗ ਵੱਡਾ ਕਰ ਦਿਆਂਗੇ, ਤੁਹਾਨੂੰ ਹੋਰ ਜਾਇਦਾਦਾਂ ਜੋ ਦੇਵਾਂਗੇ। ਬਾਬਾ ਡਲ ਸਿੰਘ ਹੋਰਾਂ ਨੇ ਮੋੜ ਕੇ ਚਿੱਠੀ ਲਿਖੀ, ਹਮ ਗੁਰੂ ਕੇ ਗੁਰੂ ਹਮਾਰੇ ਨਹੀਂ ਦਿਏਂਗੇ ਬਿਨਾ ਮਰੇ ਔਰ ਮਾਰੇ। ਇਹ ਚਿੱਠੀ ਗੁਰੂ ਸਾਹਿਬ ਨੇ ਆਪ ਪੜ੍ਹੀ। ਕਦੇ ਵੀ ਜਿਹੜੀ ਖੁਦਕਸ਼ੀ ਬੁਜ਼ਦਿਲ ਕਰਦਾ ਹੈ, ਜਿਹੜੇ ਗੁਰੂ ਗੋਬਿੰਦ ਸਿੰਘ ਦੀ ਮਾਂ ਅਤੇ ਗੁਰੂ ਤੇਗ ਬਹਾਦਰ ਦੀ ਪਤਨੀ ਕਰ ਸਕਦੀ ਹੈ। ਅਤੇ ਸਾਡੀਆਂ ਸਟੇਜਾਂ 'ਤੇ ਅੱਜ ਵੀ ਉਹੀ ਮਾਤਾ ਜੀ ਨੇ ਠੰਡੇ ਬੁਰਜ 'ਚੋਂ ਛਾਲ ਮਾਰੀ। ਉਹ ਸਾਡੇ ਇਤਿਹਾਸ ਨੂੰ, ਸਾਡੇ ਜਿਹੜੇ ਸਿੱਖ ਧਰਮ ਨਾਲ ਜੁੜੇ ਹੋਏ ਆ, ਉਹਨਾਂ ਨੂੰ ਤੋੜ ਮਰੋੜ ਕੇ, ਨਾ ਸਾਡੀ ਅੱਜ ਦੀ SGPC, ਨਾ ਸਾਡੇ ਧਾਰਮਿਕ ਆਗੂ, ਜੋ ਗੱਲ ਚੱਲੀ ਆਉਂਦੀ ਹੈ ਉਸੇ ਨੂੰ ਹੀ ਢੋਲ ਕੁੱਟੀ ਜਾਂਦੇ ਆ। ਇਹ ਸਾਡੀ ਅਨਪੜ੍ਹਤਾ ਦਾ, ਸਾਡੀ ਬੇਵਕੂਫੀ ਦਾ ਸਬੂਤ ਹੈ। ਤੁਸੀਂ ਜੁੜ ਚੁੱਕੇ ਹੋ ਅੱਖਰ ਦੇ ਨਾਲ, ਤੇ ਮੈਂ ਸਿਮਰਨਜੀਤ ਸਿੰਘ ਤੁਹਾਡਾ ਸਭ ਦਾ ਸਵਾਗਤ ਕਰਦਾ। ਅੱਜ ਅੱਖਰ ਦੀ ਟੀਮ ਪਹੁੰਚੀ ਆ ਦਮਦਮਾ ਸਾਹਿਬ, ਜਿਹਨੂੰ ਬਹੁਤ ਸਾਰੇ ਲੋਕ ਸਾਬੋ ਕੀ ਤਲਵੰਡੀ ਜਾਂ ਤਲਵੰਡੀ ਸਾਬੋ ਦੇ ਨਾਂ ਨਾਲ ਵੀ ਜਾਣਦੇ ਆ। ਅਤੇ ਅੱਜ ਤੁਹਾਡੀ ਮੁਲਾਕਾਤ ਉਸ ਪਰਿਵਾਰ ਨਾਲ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਕੋਲ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਸਤਰ ਅਤੇ ਬਸਤਰ ਹੈ। ਆਓ ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਰਣਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਘਰ ਨਗਰਹਿ ਵਿਖੇ ਆਏ ਜੀ। ਰਣਬੀਰ ਸਿੰਘ ਜੀ, ਸਭ ਤੋਂ ਪਹਿਲਾਂ ਮੇਰਾ ਕੁਐਸਚਨ ਹੈ ਕਿ ਜੀ ਤੁਹਾਡਾ ਕੀ ਪਰਿਵਾਰਕ ਇਤਿਹਾਸ ਹੈ, ਕੀ ਹਿਸਟਰੀ ਹੈ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਸਾਡਾ ਪਰਿਵਾਰ ਇਸ ਇਲਾਕੇ ਦੇ ਚੌਧਰੀ ਬਾਬਾ ਡਲ ਸਿੰਘ ਹੋਰਾਂ ਨਾਲ ਹੈ।
ਮੈਂ ਉਹਨਾਂ ਦੇ ਵੰਸ਼ਜ ਚੋਂ 12ਵੀਂ ਪੀੜ੍ਹੀ ਚੋਂ ਹੈ। ਸਾਡਾ ਪਰਿਵਾਰ ਸਿੱਖ ਧਰਮ ਨਾਲ ਜੁੜਿਆ ਹੋਇਆ ਹੈ। ਜਿਸ ਟਾਈਮ ਮੁਗਲ ਗੁਰੂ ਸਾਹਿਬ ਦੇ ਨਾਲ ਜੰਗ ਯੁੱਧ ਕਰ ਰਹੇ ਸਨ, ਗੁਰੂ ਸਾਹਿਬ ਦਾ ਹਰ ਥਾਂ ਪਿੱਛਾ ਕਰ ਰਹੇ ਸਨ, ਅਤੇ ਗੁਰੂ ਸਾਹਿਬ ਉਸ ਟਾਈਮ ਭੰਗਾਣੀ ਦੀ ਯੁੱਧ ਮੁਕਤਸਰ ਲੜ ਕੇ ਜਦੋਂ ਉੱਥੋਂ ਦੇ ਬਰਾੜਾ ਨੇ ਗੁਰੂ ਸਾਹਿਬ ਨੂੰ ਜਾਣ ਵਾਸਤੇ ਕਿਹਾ ਵੀ ਅਸੀਂ ਔਰੰਗਜ਼ੇਬ ਦੇ ਨਾਲ ਮੱਥਾ ਨਹੀਂ ਲਾ ਸਕਦੇ ਅਤੇ ਤੁਸੀਂ ਸਾਡਾ ਇਲਾਕਾ ਛੱਡ ਕੇ ਚਲੇ ਜਾਓ। ਉਸ ਟਾਈਮ ਬਾਬਾ ਡਲ ਸਿੰਘ ਨੇ ਆਪਣੇ ਬੰਦੇ ਭੇਜ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਵੀ ਤੁਸੀਂ ਦਮਦਮਾ ਤਲਵੰਡੀ ਸਾਬੋ ਆਓ, ਮੈਂ ਆਪਦੀ ਫੌਜ ਦੇ ਨਾਲ ਤੁਹਾਡੀ ਰੱਖਿਆ ਵੀ ਕਰੂੰਗਾ, ਤੁਹਾਡੇ ਨਾਲ ਹਰ ਵੇਲੇ ਮੈਂ ਖੜਾਂਗਾ। ਗੁਰੂ ਸਾਹਿਬ 1705-6 ਈਸਵੀ ਦੇ ਵਿੱਚ ਇੱਥੇ ਆਏ ਅਤੇ ਬਾਬਾ ਡਲ ਸਿੰਘ ਨੇ ਆਪਣੀ ਫੌਜ ਨਾਲ 500 ਘੋੜ ਸਵਾਰਾਂ ਨਾਲ ਪੱਕਾ ਪਥਰਾਲਾ ਤੋਂ ਗੁਰੂ ਸਾਹਿਬ ਨੂੰ ਰਿਸੀਵ ਕਰਕੇ ਦਮਦਮਾ ਸਾਹਿਬ ਲਿਆਂਦਾ ਅਤੇ ਇੱਥੇ ਉਹਨਾਂ ਦਾ ਠਹਿਰਾਓ ਕੀਤਾ, ਜਿੱਥੇ ਉਹਨਾਂ ਨੇ ਜਿਸ ਨੂੰ ਆਪਾਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਿੱਖਾਂ ਦੇ 11ਵੀਂ ਜੋਤ ਉਹਦਾ ਸਥਾਪਨ ਕੀਤਾ। ਇੱਥੇ ਉਹਨਾਂ ਨੇ ਉਸ ਦੀ ਸਾਰੀ ਲਿਖਾਈ ਕੀਤੀ ਕਿ ਗੁਰੂ ਸਾਹਿਬ ਲਗਭਗ 1.5 ਸਾਲ ਇੱਥੇ ਰਹੇ ਜੀ। ਜੇ ਆਪਾਂ ਉਹ ਤੋਂ ਪਿੱਛੇ ਚੱਲੀਏ ਜੀ, ਤੁਹਾਡਾ ਜਿਹੜਾ ਪਰਿਵਾਰ ਹੈ ਉਹ ਇੱਥੇ ਆਇਆ ਕਿਵੇਂ? ਕਿਉਂਕਿ ਇਹ ਤੁਹਾਨੂੰ ਇਸ ਏਰੀਏ ਦੇ ਰਾਜੇ ਕਿਹਾ ਜਾਂਦਾ ਹੈ, ਇਹ ਸੱਚ ਹੈ ਜੀ? ਬਿਲਕੁਲ ਸੱਚ ਹੈ ਜੀ। ਇਹ ਸਿੱਧੂ ਬਰਾੜਾਂ ਦਾ ਜੋ ਇਤਿਹਾਸ ਹੈ ਸਾਰਿਆਂ ਦਾ ਹੀ ਉਹ ਰਾਜਪੂਤਾਂ ਨਾਲ ਜੁੜਦਾ ਹੈ ਜੀ। ਰਾਜਪੂਤ ਜਿਹੜੇ ਭੱਟੀ ਸਨ ਉਹਨਾਂ 'ਚੋਂ ਇੱਕ ਭਰਾ ਜਿਹਨੂੰ ਰਾਓ ਬਾਟੀ ਕਿਹਾ ਜਾਂਦਾ ਸੀ, ਉਹਨੇ ਸਰਾਵਾਂ ਦੀ ਕੁੜੀ ਜੱਟਾਂ ਦੇ ਮੁੰਡੇ ਕੁੜੀ ਨਾਲ ਵਿਆਹ ਕਰਵਾ ਲਿਆ ਅਤੇ ਦੂਜੇ ਭਰਾਵਾਂ ਨੇ ਉਹਨੂੰ ਆਪ ਦੇ ਵਿੱਚੋਂ ਲਹਿਦਾ ਕਰਤਾ ਵੀ ਅਸੀਂ ਤੇਰੇ ਨਾਲ ਸਾਥ ਨਹੀਂ ਰੱਖਦੇ। ਇਹ ਸਾਰੇ ਜਿਹੜੇ ਸਿੱਧੂ ਬਰਾੜ ਹੈ ਫਿਰ ਇਹ ਇਸ ਇਲਾਕੇ 'ਚ ਆ ਗਏ, ਇਸ ਇਲਾਕੇ ਦੇ ਵਿੱਚ ਆਬਾਦ ਕੀਤਾ। ਉਹਨਾਂ ਦੇ ਵਿੱਚੋਂ ਹੀ ਸਾਡਾ ਪਰਿਵਾਰ ਹੈ ਜਿਹੜਾ ਕਿ ਇਸ ਇਲਾਕੇ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਚੌਧਰ ਰਾਏ ਸਾਬੋ ਨੇ ਜਮਾਈ। ਇਹ ਇਲਾਕਾ ਪਹਿਲਾਂ ਮੁਸਲਮਾਨਾਂ ਦਾ ਸੀ, ਉਹਨਾਂ ਤੋਂ ਖੋਹ ਕੇ ਆਪਣਾ ਰਾਜ ਸਥਾਪਿਤ ਕੀਤਾ ਰਾਏ ਸਾਬੋ ਨੇ। ਰਾਏ ਸਾਬੋ ਕਰਕੇ ਹੀ ਇਸ ਨੂੰ ਤਲਵੰਡੀ ਸਾਬੋ ਕਿਹਾ ਜਾਂਦਾ ਜੀ? ਹਾਂ, ਇਹ ਤਲਵੰਡੀ ਪਿੰਡ ਦਾ ਨਾਂ ਪਹਿਲਾਂ ਹੀ ਸੀ। ਤਲਵੰਡੀ ਉਸ ਇਲਾਕੇ ਨੂੰ ਕਿਹਾ ਜਾਂਦਾ ਸੀ ਜਿੱਥੇ ਜਰਖੇਜ ਅੱਛੀ ਜ਼ਮੀਨ ਹੋਵੇ। ਉਹਦੇ ਨਾਲ ਇੱਥੋਂ ਦੇ ਚੌਧਰੀ ਸਾਬੋ ਨੇ ਆਪਣਾ ਨਾਂ ਜੋੜ ਕੇ ਤਲਵੰਡੀ ਸਾਬੋ ਹੋ ਗਿਆ ਜੀ। ਹਾਂਜੀ, ਹੁਣ ਆਪਾਂ ਅੱਗੇ ਆਉਣਾ ਜੀ ਭਾਈ ਡੱਲਾ ਜੀ ਦੇ ਜਿਹੜਾ ਅਗਲਾ ਜੀਵਨ ਹੈ ਗੁਰੂ ਗੋਬਿੰਦ ਸਿੰਘ ਜੀ ਨਾਲ, ਉਹਦੇ ਨਾਲ ਕੀ ਸੰਬੰਧ ਰਿਹਾ ਜ਼ਿਆਦਾ? ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਾਡੇ ਪਰਿਵਾਰ ਦਾ ਪਹਿਲਾਂ ਤੋਂ ਹੀ ਵਾਹ ਸੀ, ਕਿਉਂਕਿ ਇੱਥੇ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਆਏ ਆ, ਉਹਨਾਂ ਦਾ ਸਥਾਨ ਵੀ ਬਣਿਆ ਹੋਇਆ ਹੈ। ਉਦੋਂ ਗੁਰੂ ਗੋਬਿੰਦ ਸਿੰਘ ਬਾਲ ਅਵਸਥਾ 'ਚ ਵੀ ਇੱਥੇ ਆਏ ਨੇ ਅਤੇ ਉਹ ਉਸ ਟਾਈਮ ਤੋਂ ਹੀ ਸਾਡੇ ਪਰਿਵਾਰ ਦਾ ਇਸ ਗੁਰੂ ਘਰ ਦੇ ਨਾਲ ਬਹੁਤ ਨੇੜੇ ਦਾ ਸੰਬੰਧ ਸੀ। ਇਸ ਕਰਕੇ ਹੀ ਗੁਰੂ ਸਾਹਿਬ ਦੀ ਇਹ ਨਹੀਂ ਵੀ ਕਈ ਇਤਿਹਾਸਕਾਰ ਕਹਿੰਦੇ ਆ ਵੀ ਬਾਬਾ ਡਲ ਸਿੰਘ ਦੀ ਪਛਾਣ ਉਦੋਂ ਹੋਈ, ਨਹੀਂ, ਬਾਬਾ ਡਲ ਸਿੰਘ ਦੇ ਦਾਦੇ ਪੜਦਾਦੇ ਚੌਧਰੀ ਆਕਲ ਚੌਧਰੀ ਰਜ਼ਾਦਾ ਉਹਨਾਂ ਦੇ ਟਾਈਮ ਤੋਂ ਹੀ ਗੁਰੂ ਸਾਹਿਬ ਦੇ ਪਰਿਵਾਰ ਨਾਲ ਗੁਰੂ ਸਾਹਿਬ ਨਾਲ ਸਿੱਖਇਜ਼ਮ ਨਾਲ ਜੁੜੇ ਹੋਏ ਸੀ, ਕਿਉਂ ਉਹ ਤੋਂ ਪਹਿਲਾਂ ਅੰਮ੍ਰਿਤ ਤਾਂ 10ਵੇਂ ਪਾਤਸ਼ਾਹ ਨੇ ਸ਼ੁਰੂ ਕੀਤਾ ਹੈ ਅਤੇ ਇੱਥੇ ਆ ਕੇ ਸਾਰੇ ਹਿੰਦੁਸਤਾਨ 'ਚ ਬਹੁਤ ਗਿਣਤੀ ਦੇ ਹੀ ਪਰਿਵਾਰ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਹੱਥੀਂ ਅੰਮ੍ਰਿਤਪਾਨ ਕਰਾਇਆ। ਸਾਡੇ ਬਾਬਾ ਡਲ ਸਿੰਘ ਹੋਰਾਂ ਨੂੰ ਸਮੇਤ ਪਰਿਵਾਰ ਅੰਮ੍ਰਿਤ ਛਕਾਇਆ ਅਤੇ ਆਪਣੇ ਚਰਨਾਂ ਦੇ ਵਿੱਚ ਪੀੜ੍ਹੀ ਜਿੰਨੀ ਥਾਂ ਵੀ ਦਿੱਤੀ ਗਈ ਜੀ। ਮੈਂ ਸੁਣਿਆ ਕਿ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਦੇ ਤਖਤ 'ਤੇ ਬਿਠਾਉਣ ਬਾਰੇ ਵੀ ਭਾਈ ਡੱਲਾ ਜੀ ਨੂੰ ਕਿਹਾ ਸੀਗਾ। ਜਦੋਂ ਗੁਰੂ ਸਾਹਿਬ ਇੱਥੋਂ ਔਰੰਗਜ਼ੇਬ ਦੀ ਚਿੱਠੀ ਆਈ ਹੈ, ਗੁਰੂ ਸਾਹਿਬ ਜਾਣੀ ਜਾਣ ਸਨ, ਉਹਨਾਂ ਨੂੰ ਪਤਾ ਸੀ ਵੀ ਔਰੰਗਜ਼ੇਬ ਨੇ ਹੁਣ ਨਹੀਂ ਰਹਿਣਾ ਉੱਥੇ, ਮੇਰਾ ਕੋਈ ਸਿੱਖ ਰਾਜ ਕਰੇ। ਅਤੇ ਗੁਰੂ ਸਾਹਿਬ ਨੇ ਖੁਸ਼ ਹੋ ਕੇ ਬਾਬਾ ਡਲ ਸਿੰਘ ਹੋਰਾਂ ਨੂੰ ਕਿਹਾ ਸੀ ਵੀ ਚੱਲ ਲੱਲਿਆ ਤੈਨੂੰ ਅਸੀਂ ਦਿੱਲੀ ਦਾ ਰਾਜ ਦੇ ਦਈਏ। ਪਰ ਬਾਬਾ ਡਲ ਸਿੰਘ ਹੋਰਾਂ ਦਾ ਆਪਣੇ ਇਲਾਕੇ ਨਾਲ ਬਹੁਤ ਜ਼ਿਆਦਾ ਪਿਆਰ ਸੀ, ਮੋਹ ਸੀ। ਇਲਾਕੇ ਦੇ ਲੋਕ ਵੀ ਨਹੀਂ ਚਾਹੁੰਦੇ ਸਨ ਵੀ ਚੌਧਰੀ ਇੱਥੋਂ ਛੱਡ ਕੇ ਜਾਣ ਅਤੇ ਗੁਰੂ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਮੈਂ ਰਾਜਾ ਤਾਂ ਇੱਥੇ ਹਾਂ, ਪਰ ਮੈਨੂੰ ਤੁਹਾਡੇ ਪੈਰਾਂ ਦੇ ਤੁਹਾਡੇ ਚਰਨਾਂ ਦੇ ਵਿੱਚ ਮੈਨੂੰ ਪੀੜ੍ਹੀ ਜਿੰਨੀ ਥਾਂ ਦਿਓ, ਜਿਹੜਾ ਮੇਰਾ ਲੋਕ ਅਤੇ ਪਰਲੋਕ ਦੋਨੇ ਕੱਜੇ ਜਾਣ। ਮੈਂ ਤੁਹਾਡਾ ਅਨੰਨ ਸੇਵਕ ਹੈ। ਗੁਰੂ ਸਾਹਿਬ ਨੇ ਖੁਸ਼ ਹੋ ਕੇ ਬਾਬਾ ਡਲ ਸਿੰਘ ਨੂੰ ਇਹ ਵਰ ਦਿੱਤਾ। ਪਰਿਵਾਰ ਸਮੇਤ ਬਾਬਾ ਡਲ ਸਿੰਘ ਦਾ ਜੋ ਅੰਤਮ ਸੰਸਕਾਰ ਹੋਇਆ
ਉਹ ਤਖਤ ਸ੍ਰੀ ਦਮਦਮਾ ਸਾਹਿਬ ਦੀ ਤੋਂ 50 ਗਜ ਦੀ ਦੂਰੀ ਤੇ ਹੈ। ਜੋ ਉਦੋਂ ਬਾਅਦ ਪਰਿਵਾਰ ਨੂੰ ਵਾਰਸੀ, ਉਹ ਵੀ ਅੱਜ ਬਾਬਾ ਡਲ ਸਿੰਘ ਦੇ ਪਰਿਵਾਰ ਦਾ ਅੰਤਿਮ ਸੰਸਕਾਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਜੋ ਬਾਉਂਡਰੀ ਹੈ ਉਹਦੇ ਅੰਦਰ ਹੀ ਸਰੋਵਰ ਦੇ ਉੱਪਰ ਬਣੀਆਂ ਸ਼ਾਹੀ ਸਮਾਧਾਂ ਦੇ ਵਿੱਚ ਕੀਤਾ ਜਾਂਦਾ ਹੈ। ਇਹ ਬਰ ਗੁਰੂ ਸਾਹਿਬ ਨੇ ਜੇ ਦਿੱਤਾ ਸਿਰਫ ਭਾਈ ਡਲ ਸਿੰਘ ਦੇ ਪਰਿਵਾਰ ਨੂੰ ਦਿੱਤਾ ਹੈ। ਇੱਥੇ ਰਿਆਸਤਾਂ ਵੀ ਬਣੀਆਂ, ਸਭ ਕੁਝ ਹੋਇਆ, ਵੱਡੇ ਵੱਡੇ ਰਾਜੇ ਰਾਣੇ ਹੋਏ, ਬਰ ਹੋਰ ਕਿਸੇ ਪਰਿਵਾਰ ਕੋਲ ਨਹੀਂ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਦਿੱਤੀ ਹੋਈ, ਅਸੀਂ ਅੱਜ ਵੀ ਉਹਦਾ ਨਿੱਘ ਮਾਣ ਰਹੇ ਹਾਂ। ਸਾਡਾ ਸਾਰਾ ਪਰਿਵਾਰ ਸਿੱਖ ਧਰਮ ਨਾਲ ਜੁੜਿਆ ਹੋਇਆ ਹੈ। ਸਾਡੇ ਪਰਿਵਾਰ 'ਚੋਂ ਕਦੇ ਕੋਈ ਕਿਸੇ ਹੋਰ ਧਰਮ ਦੇ ਜਾਂ ਕੋਈ ਜਿਵੇਂ ਲੋਕ ਅੱਜ ਸਰਸੇ ਜਾਈ ਜਾਂਦੇ ਆ ਜਾਂ ਬਿਆਸ ਜਾਈ ਜਾਂਦੇ ਆ ਜਾਂ ਕੋਈ ਕਿਤੇ ਨੂਰ ਮਹਿਲ ਜਾਈ ਜਾਂਦਾ ਹੈ। ਅੰਮ੍ਰਿਤਪਾਨ ਚਾਹੇ ਸਭ ਦਾ ਨਾਂ ਕੀਤਾ ਹੋਵੇ, ਪਰ ਅਸੀਂ ਸਿੱਖੀ ਤੋਂ ਇੱਕ ਵੀ ਸਾਡੇ ਪਰਿਵਾਰ ਦਾ ਮੈਂਬਰ ਹਾਲੇ ਤੱਕ ਕਦੇ ਬਾਹਰ ਨਹੀਂ ਗਿਆ। ਇਹ ਸਾਡੇ ਕਿਉਂ ਗੁਰੂ ਸਾਹਿਬ ਦੇ ਹੱਥੀਂ ਅੰਮ੍ਰਿਤ ਛਕਾਏ ਹੋਣ ਕਰਕੇ ਇਹ ਇੱਕ ਵੀ ਪਰਿਵਾਰ ਦਾ ਮੈਂਬਰ ਸਿੱਖ ਧਰਮ ਤੋਂ ਪਾਸੇ ਨਹੀਂ। ਅੱਜ ਵੀ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਦੀ ਫਿਲਾਸਫੀ ਨੂੰ, ਸਿੱਖ ਧਰਮ ਨੂੰ ਸਾਰੇ ਮੰਨਦੇ ਹਾਂ। ਇੱਕ ਚੀਜ਼ ਮੈਂ ਹੋਰ ਸੁਣੀ ਹੈ ਕਿ ਜਿਹੜਾ ਜਿੱਥੇ ਅੱਜ ਤਖਤ ਸਾਹਿਬ ਹੈਗੇ ਆ ਜੀ, ਇਹ ਸਾਰੀ ਜਿਹੜੀ ਜ਼ਮੀਨ ਸੀ ਇਹ ਵੀ ਤੁਹਾਡੇ ਪਰਿਵਾਰ ਵੱਲੋਂ ਹੀ ਦਿੱਤੀ ਗਈ ਹੈ? ਉਸ ਟਾਈਮ ਦੇ ਵਿੱਚ ਜਦੋਂ ਗੁਰੂ ਸਾਹਿਬ ਇੱਥੇ ਆਏ ਹੈ, ਇਸ ਇਲਾਕੇ ਦਾ ਚੌਧਰੀ ਬਾਬਾ ਡਲ ਸਿੰਘ ਸਨ, ਸਾਰੀ ਜ਼ਮੀਨ ਦੇ ਮਾਲਕ ਸਨ। ਜਦੋਂ ਗੁਰੂ ਸਾਹਿਬ ਇੱਥੇ ਆਏ ਉਸ ਟਾਈਮ ਗੁਰੂ ਸਾਹਿਬ ਨੂੰ ਜੋ ਪੜਾਅ ਹੈ ਉਹ 2 ਕਿਲੇ ਸਨ, ਬਾਬਾ ਡਲ ਸਿੰਘ ਦੇ ਅੰਦਰਲਾ ਕਿਲਾ ਅਤੇ ਬਾਹਰਲਾ ਕਿਲਾ। ਬਾਹਰਲੇ ਕਿਲੇ ਦੇ ਵਿੱਚ ਗੁਰੂ ਸਾਹਿਬ ਨੂੰ ਉੱਥੇ ਪੜਾਅ ਕਰਾਇਆ। ਪੜਾਅ ਕਰਾ ਕੇ ਅਤੇ ਰਸਦ ਕਈ ਮਹੀਨੇ ਰਸਦ ਬਾਬਾ ਡਲ ਸਿੰਘ ਦੇ ਅੰਦਰਲੇ ਕਿਲੇ ਤੋਂ ਆਉਂਦੀ ਰਹੀ। ਉਹ ਤੋਂ ਬਾਅਦ ਜਦੋਂ ਸੰਗਤਾਂ ਦਾ ਜ਼ਿਆਦਾ ਆਉਣਾ ਹੋ ਗਿਆ ਤਾਂ ਗੁਰੂ ਸਾਹਿਬ ਨੇ ਕਿਹਾ ਭਾਈ ਹੁਣ ਅਸੀਂ ਲੰਗਰ ਆਪ ਚਲਾਵਾਂਗੇ। ਉਸ ਤੋਂ ਬਾਅਦ ਲੰਗਰ ਚਲਾਉਣ ਵਾਸਤੇ ਜਾਂ ਗੁਰੂ ਘਰ ਦੇ ਪ੍ਰਬੰਧ ਵਾਸਤੇ ਬਾਬਾ ਜੀ ਨੇ 500 ਏਕੜ ਜ਼ਮੀਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਂ ਕਰਾਈ, ਜੋ ਅੱਜ ਵੀ ਮੌਜੂਦ ਹੈ। ਗੁਰੂ ਸਾਹਿਬ ਨਾਲ ਸੰਬੰਧਿਤ ਕਿਹੜੇ ਕਿਹੜੇ ਤੁਹਾਡੇ ਕੋਲ ਸ਼ਸਤਰ ਜਾਂ ਬਸਤਰ ਕੀ ਕੁਛ ਹੈਗੇ ਜੀ? ਇਹ ਜਦੋਂ ਗੁਰੂ ਸਾਹਿਬ ਦਾ ਇੱਥੇ ਆ ਕੇ ਠਹਿਰਾਓ ਕੀਤਾ ਗੁਰੂ ਸਾਹਿਬ ਨੇ, ਬਾਬਾ ਜੀ ਉਹਨਾਂ ਨੂੰ ਪੱਕੇ ਪਥਰਾਲੇ ਤੋਂ ਰਿਸੀਵ ਕਰਕੇ ਲੈ ਕੇ ਆਏ ਸਨ। ਉਸ ਟਾਈਮ ਗੁਰੂ ਸਾਹਿਬ ਦੇ ਜੰਗਾਂ ਯੁੱਧਾਂ ਵਿੱਚ ਵਸਤਰ ਹੋਣ ਕਰਕੇ ਉਹਨਾਂ ਦੇ ਵਸਤਰਾਂ 'ਤੇ ਖੂਨ ਦੇ ਨਿਸ਼ਾਨ ਵੀ ਸਨ। ਬਾਬਾ ਜੀ ਨੇ ਉਹਨਾਂ ਨੂੰ ਨਵੇਂ ਵਸਤਰ ਪਹਿਨਾਏ ਅਤੇ ਉਹ ਵਸਤਰ ਗੁਰੂ ਸਾਹਿਬ ਨੇ ਬਾਬਾ ਜੀ ਨੂੰ ਦਿੱਤੇ। ਉਹ ਅੱਜ ਵੀ ਸਾਡੇ ਪਰਿਵਾਰ ਕੋਲ ਸੁਸ਼ੋਭਿਤ ਨੇ। ਆਈਆਂ ਸੰਗਤਾਂ ਨੂੰ ਅਸੀਂ ਦਰਸ਼ਨ ਕਰਾਉਂਦੇ ਹਾਂ। ਹਾਲੇ ਤੱਕ ਵੀ ਸਾਡੇ ਪਰਿਵਾਰ ਨੇ ਕਿਤੇ ਵੀ ਕਿਸੇ ਤੋਂ ਵੀ ਕੋਈ ਭੇਂਟਾ ਨਹੀਂ ਲਈ। ਘਰੋਂ ਉਹਨਾਂ ਨੂੰ ਸਭ ਨੂੰ ਪ੍ਰਸ਼ਾਦ ਛਕਾਇਆ ਜਾਂਦਾ ਅਤੇ ਉਹ ਸਾਡੇ ਕੋਲ ਗੁਰੂ ਸਾਹਿਬ ਦੀ ਦਸਤਾਰ, ਗੁਰੂ ਸਾਹਿਬ ਦੀ ਕੇਸਕੀ, ਮਾਤਾ ਜੀ ਦਾ ਰੇਪ ਪਜਾਮਾ, ਗੁਰੂ ਸਾਹਿਬ ਦਾ ਚੋਲਾ, ਗੁਰੂ ਸਾਹਿਬ ਦੇ ਅੰਦਰ ਜੋ ਆਪਾਂ ਅੱਜ ਕੱਲ੍ਹ ਬਲੈਣ ਕਹਿ ਦਿੰਦੇ ਹਾਂ ਅੰਦਰਖਾ, ਉਹ ਹੈ। ਦੋ ਆਪਣਾ ਤੇਗਾ ਗੁਰੂ ਸਾਹਿਬ ਦੇ ਜਿਹੜਾ ਪੇਂਟ ਕੀਤਾ ਜਿਹਦੇ 'ਤੇ ਅੱਲਾ ਉਕਰਿਆ ਹੋਇਆ ਹੈ, ਉਹ ਕਿਸੇ ਮੁਸਲਮਾਨ ਦਾ ਗੁਰੂ ਸਾਹਿਬ ਨੂੰ ਭੇਂਟ ਕੀਤਾ ਹੋ ਸਕਦਾ, ਭੰਗਾਣੀ ਦੇ ਯੁੱਧ 'ਚ ਵਰਤਿਆ ਹੋ ਸਕਦਾ, ਉਹ ਗੁਰੂ ਸਾਹਿਬ ਨੇ ਭੇਂਟ ਕੀਤਾ। ਅਤੇ ਇੱਕੋ ਤੋਂ ਬਾਅਦ ਸਾਡੇ ਪਰਿਵਾਰ ਕੋਲ ਇੱਕ ਛੋਟੀ ਬੀੜ ਜਿਹਦੇ 'ਤੇ 1430 ਪੰਨੇ ਸਾਰਾ ਇੱਕ ਓਂਕਾਰ ਤੋਂ ਲੈ ਕੇ ਸਾਰਾ ਰਾਗਮਾਲਾ ਤੱਕ ਸਾਰਾ ਉਹਦੇ 'ਚ ਹੈ। ਅਤੇ ਉਹ ਮਹਾਰਾਜ ਨਾਭੇ ਕੋਲ ਕਿਸੇ ਨੇ ਭੇਂਟ ਕੀਤੀ ਸੀ। ਸਾਡੇ ਪਰਿਵਾਰ ਦੇ ਵਿੱਚੋਂ ਮਹਾਰਾਜ ਦੇ ਕੋਈ ਦਬੜੀ ਖਾਨੇ ਦੇ ਸਾਡੇ ਪੁਰਾਣੇ ਰਿਸ਼ਤੇਦਾਰ ਸਨ, ਉਹ ਉੱਥੇ ਵਜ਼ੀਰ ਸਨ ਅਤੇ ਉਹਨਾਂ ਨੂੰ ਦਿੱਤੀ। ਉਹਨਾਂ ਤੋਂ ਇਹ ਸੀ ਵੀ ਸਾਡੇ ਕੋਲੋਂ ਰੱਖ ਰਖਾਅ ਨਹੀਂ ਹੋਣਾ, ਉਹ ਸਾਡੇ ਪਰਿਵਾਰ ਨੂੰ ਦੇ ਗਏ। ਅਸੀਂ ਜਿਸ ਤਰ੍ਹਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਪਾਂ ਸਨਮਾਨ ਕਰਦੇ ਹਾਂ, ਉਸੇ ਤਰ੍ਹਾਂ ਹੀ ਸਨਮਾਨ ਕਰਕੇ ਉਹਦੇ ਵੀ ਸੰਗਤਾਂ ਨੂੰ ਅਸੀਂ ਦਰਸ਼ਨ ਕਰਾਉਂਦੇ ਹਾਂ ਜੀ। ਤੁਸੀਂ ਨਾਲ ਬੀੜ ਦੀ ਗੱਲ ਦੱਸਤੀ ਜੀ। ਮੇਰਾ ਉਸ ਤੋਂ ਪਹਿਲਾਂ ਇਰਾਦਾ ਸੀਗਾ ਕਿ ਜਿਹੜਾ ਨਾਲ ਗੁਰੂ ਸਾਹਿਬ ਦੇ ਹੈਗੇ ਆ ਬਸਤਰ ਹੈਗੇ ਆ ਜੀ, ਉਹਨਾਂ ਦਾ ਭਾਈ ਮਹਾਂ ਸਿੰਘ ਨਾਲ ਉਹਨਾਂ ਨਾਲ ਵੀ ਕੋਈ ਸੰਬੰਧ ਸੀਗਾ ਜੀ? ਇਹ ਆਪਾਂ ਕਿਆਸ ਹੀ ਲਾ ਸਕਦੇ ਹਾਂ, ਕਿਉਂਕਿ ਉਹ ਬਸਤਰਾਂ 'ਤੇ ਖੂਨ ਦੇ ਨਿਸ਼ਾਨ ਨੇ। ਵੀ ਜਦੋਂ ਭਾਈ ਮਹਾਂ ਸਿੰਘ ਦਾ ਬਦਾਵਾ ਪਾੜਿਆ, ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਗੋਡੇ 'ਤੇ ਸਿਰ ਰੱਖਿਆ ਸੀ, ਉਹ ਗੋਡੇ ਵਾਲੇ ਸਥਾਨ 'ਤੇ ਖੂਨ ਦੇ ਨਿਸ਼ਾਨ ਨੇ। ਵੀ ਹੋ ਸਕਦਾ ਵੀ ਉਹ ਗੁਰੂ ਸਾਹਿਬ ਨੇ ਉਹੀ ਵਸਤਰ ਹੋਣ ਜਦੋਂ ਭਾਈ ਮਹਾਂ ਸਿੰਘ ਦਾ ਬਦਾਵਾ ਪਾੜਿਆ ਅਤੇ ਮਹਾਂ ਸਿੰਘ ਨੇ ਚੜ੍ਹਾਈ ਕੀਤੀ ਹੈ ਜੀ। ਅਤੇ ਉਸ ਤੋਂ ਬਾਅਦ ਇੱਕ ਤੇਗਾ ਆਉਂਦਾ ਜੀ, ਉਸ ਦੇ ਉੱਪਰ ਕੁਛ ਲਿਖਿਆ ਹੋਇਆ, ਉਹ ਕੀ ਲਿਖਿਆ ਹੋਇਆ ਜੀ? ਉਹ ਅੱਲਾ ਉਕਰਿਆ ਹੋਇਆ ਜੀ, ਅੱਲਾ
ਜਾਂ ਤਾਂ ਉਹ ਕਿਸੇ ਮੁਸਲਮਾਨ ਕਾਰੀਗਰ ਨੇ ਬਣਾਇਆ ਹੈ, ਜਾਂ ਉਹ ਅੱਲਾ ਵਾਲਾ ਕਿਸੇ ਮੁਸਲਮਾਨ ਸ਼ਰਧਾਲੂ ਨੇ ਭੇਂਟ ਕੀਤਾ ਗੁਰੂ ਸਾਹਿਬ ਨੂੰ, ਜਾਂ ਹੋ ਸਕਦਾ ਕਿਸੇ ਢੰਗ ਨਾਲ ਵੀ ਉਹ ਗੁਰੂ ਸਾਹਿਬ ਕੋਲ ਕਿਸੇ ਮੁਸਲਮਾਨ ਕਾਰੀਗਰ ਦਾ ਜਾਂ ਮੁਸਲਮਾਨ ਫਕੀਰ ਦਾ ਜਾਂ ਕਿਸੇ ਦਾ ਭੇਂਟ ਕੀਤਾ। ਉਹ ਇਹ ਆ ਵੀ ਕੋਈ ਅੱਲਾ ਨੂੰ ਮੰਨਣ ਵਾਲਾ, ਜਿਉਂ ਗੁਰੂ ਧਰਮ ਤਾਂ ਸਾਰੇ ਇੱਕ ਹੀ ਨੇ, ਗੁਰੂ ਸਾਹਿਬ ਦੇ ਜਿਹੜੇ ਮੰਨਣ ਵਾਲੇ ਸਨ ਉਨੇ ਹੀ ਮੁਸਲਮਾਨ ਸਨ, ਉਨੇ ਹਿੰਦੂ ਸਨ, ਉਨੇ ਸਿੱਖ ਸਨ। ਉਹਦੇ 'ਤੇ ਉਕਰਿਆ ਹੋਇਆ ਉਹ ਅਸੀਂ ਕਿਆਸ ਲਾ ਸਕਦੇ ਹਾਂ ਵੀ ਕਿਸੇ ਮੁਸਲਮਾਨ ਫਕੀਰ ਦਾ ਜਾਂ ਮੁਸਲਮਾਨ ਕਾਰੀਗਰ ਨੇ ਉਹ ਭੇਂਟ ਕੀਤਾ ਹੋਇਆ ਹੈ ਜੀ। ਅੱਗੇ ਗੱਲ ਹੈ ਜਿਹੜੀ ਬਹੁਤ ਛੋਟੇ ਸਾਈਜ਼ ਦੇ ਵਿੱਚ ਮਹਾਰਾਜ ਦੀ ਬੀੜ ਹੈਗੀ ਆ, ਉਹ ਕਿੱਥੋਂ ਆਈ ਸੀਗੀ? ਅਤੇ ਮੈਂ ਸੁਣਿਆ ਕਿ ਉਹ ਕਿਸੇ ਬਾਹਰਲੇ ਦੇਸ਼ ਤੋਂ ਆਈ ਹੋਈ ਹੈ। ਉਹ ਇਹ ਬਜ਼ੁਰਗ ਸਾਡੇ ਦੱਸਦੇ ਹੁੰਦੇ ਸਨ ਵੀ ਮਹਾਰਾਜ ਨਾਭਾ ਨੂੰ ਜਰਮਨ ਜਾਂ ਜਾਪਾਨ ਤੋਂ ਕਿਸੇ ਨੇ ਉਹ 5 ਬੀੜਾਂ ਆਈਆਂ ਸਨ। ਉਹ 5 ਬੀੜਾਂ 'ਚੋਂ ਇੱਕ ਬੀੜ ਇਹ ਸੀ। ਇਹ ਬੀੜ ਉਸ ਟਾਈਮ ਮਹਾਰਾਜ ਨਾਭਾ ਦੀ ਰਿਆਸਤ ਦੇ ਵਿੱਚ ਵਜ਼ੀਰ ਸਨ ਦਬੜੀ ਖਾਨੇ ਤੋਂ। ਸਾਡੇ ਪਰਿਵਾਰ ਦੀ ਦਬੜੀ ਖਾਨੇ ਰਿਸ਼ਤੇਦਾਰੀ ਸੀ, ਅਤੇ ਉਹ ਇਸ ਕਰਕੇ ਉਹਨਾਂ ਤੋਂ ਉਹਦੇ ਰੱਖ ਰਖਾਅ ਉਹਦਾ ਜਿਹੜਾ ਸੀਗਾ ਆਪਾਂ ਜੋ ਕਰ ਸਕਦੇ ਸੀ ਸਿੱਖ ਮਰਜ਼ਾਦਾ ਮੁਤਾਬਕ ਉਹ ਨਹੀਂ ਕਰ ਸਕਦੇ ਸਨ। ਉਹ ਇੱਥੇ ਪਰਿਵਾਰ ਨੂੰ ਸਾਡੇ ਨੂੰ ਦੇ ਗਏ ਵੀ ਤੁਸੀਂ ਜਿੱਥੇ ਸ਼ਾਸਤਰ ਵਸਤਰਾਂ ਦੇ ਦਰਸ਼ਨ ਕਰਾਉਂਦੇ ਹੋ, ਉਹਨਾਂ ਦੀ ਸਾਂਭ ਸੰਭਾਲ ਕਰਦੇ ਹੋ, ਉੱਥੇ ਬੀੜ ਦੀ ਵੀ ਕਰੋ ਅਤੇ ਬੀੜ ਦੇ ਸੰਗ ਦੁਨੀਆ ਨੂੰ ਦਰਸ਼ਨ ਕਰਾਓ। ਕਿਉਂ ਇਹ ਟੈਕਨੋਲੋਜੀ ਇੰਡੀਆ 'ਚ ਤਾਂ ਅੱਜ ਵੀ ਹੈ ਨਹੀਂ, ਉਹ ਅੱਜ ਵੀ ਲੈਂਸ ਨਾਲ ਪੜ੍ਹੀ ਜਾਂਦੀ ਹੈ। ਉਹਦੇ ਅੱਖਰ ਬਹੁਤ ਛੋਟੇ ਆ, ਇੱਕ ਓਂਕਾਰ ਤੋਂ ਲੈ ਕੇ ਰਾਗਮਾਲਾ ਤੱਕ 1430 ਪੰਨੇ ਪੂਰੇ ਨੇ, ਅਤੇ ਜੋ ਆਪਾਂ ਪੜ੍ਹ ਨਾ ਸਕਦੇ ਹਾਂ ਅਤੇ ਪੜ੍ਹ ਸਕਦੇ ਹਾਂ। ਅੱਜ ਵੀ ਸਾਡਾ ਪਰਿਵਾਰ ਜਿਸ ਤਰ੍ਹਾਂ ਆਪਾਂ ਅਖੰਡ ਪਾਠ ਸਹਿਜ ਪਾਠ ਵਾਸਤੇ ਪ੍ਰਕਾਸ਼ ਕਰਦੇ ਹਾਂ, ਸੁਖਾਸਨ ਕਰਦੇ ਹਾਂ, ਉਸੇ ਤਰ੍ਹਾਂ ਅਸੀਂ ਸਾਰੀ ਉਹਦੀ ਮਰਜ਼ਾਦਾ ਉਸ ਬੀੜ ਦੀ ਵੀ ਨਿਭਾ ਰਹੇ ਹਾਂ। ਭਾਈ ਡੱਲ ਸਿੰਘ ਜੀ ਬਾਰੇ ਇੱਕ ਸਾਖੀ ਕਾਫੀ ਮਸ਼ਹੂਰ ਹੈ, ਜਿਸ 'ਚ ਕਿਸੇ ਬੰਦੂਕ ਦੇ ਨਿਸ਼ਾਨੇ ਨੂੰ ਪਰਖਣ ਬਾਰੇ ਕੋਈ ਗੱਲ ਹੈਗੀ ਹੈ ਜੀ, ਉਹਦੇ ਬਾਰੇ ਜ਼ਰੂਰ ਦੱਸੋ। ਇਹ ਜਦੋਂ ਗੁਰੂ ਸਾਹਿਬ 10ਵੇਂ ਪਾਤਸ਼ਾਹ ਦਮਦਮਾ ਸਾਹਿਬ ਆਏ, 10ਵੇਂ ਪਾਤਸ਼ਾਹ ਮਾਝੇ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਨਹੀਂ ਗਏ। ਇਹ ਸਾਖੀ ਤੋੜ ਮਰੋੜ ਕੇ ਪੇਸ਼ ਕੀਤੀ ਜਾਂਦੀ ਹੈ। ਮੈਂ ਅਸਲ 'ਚ ਇਸੇ ਗੱਲ ਕਰਕੇ ਇਹ ਸਾਖੀ ਬਾਰੇ ਪੁੱਛਣਾ ਚਾਹਿਆ ਸੀ, ਕਿਉਂਕਿ ਕੀ ਅਸਲ ਗੱਲ ਹੈਗੀ ਹੈ, ਲੋਕਾਂ ਤੱਕ ਸਹੀ ਗੱਲ ਪਹੁੰਚੇ। ਇਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਕਿਉਂਕਿ ਉਸ ਟਾਈਮ ਇਹ ਜੰਗਲ ਸੀ, ਇੱਥੋਂ ਦੇ ਲੋਕ ਕੋਈ ਪੜ੍ਹੇ ਨਹੀਂ ਸੀ, ਇਸ ਇਲਾਕੇ ਦੇ ਲੋਕ ਕੋਈ ਰਾਈਟਰ ਨਹੀਂ ਸਨ। ਉਹ ਮਾਝੇ ਵਾਲੇ ਖਾਰ ਖਾਂਦੇ ਸਨ ਵੀ ਗੁਰੂ ਸਾਹਿਬ ਦਮਦਮੇ ਦੀ ਤਲਵੰਡੀ ਸਾਬੋ ਦੀ ਧਰਤੀ 'ਤੇ ਗਏ ਆ, ਸਾਡੇ ਨਹੀਂ ਆਏ। ਉਹ ਕਹਿੰਦੇ ਆ ਵੀ ਗੁਰੂ ਸਾਹਿਬ ਨੇ ਬਾਬਾ ਡੱਲ ਸਿੰਘ ਨੂੰ ਕਿਹਾ ਵੀ ਡੱਲਿਆ ਅਸੀਂ ਤੇਰੇ ਨਿਸ਼ਾਨਾ ਪਰਖਣਾ ਵੀ ਆਪਦੇ ਤੁਸੀਂ ਸਿੰਘ ਲਿਆਓ। ਜਾਂ ਸਭ ਤੋਂ ਹਾਸੋਹੀਣੀ ਗੱਲ ਇਹ ਹੈ ਵੀ ਐਡੇ ਵੱਡੇ ਗੁਰੂ ਨੂੰ ਜਿੱਥੇ ਆਏ ਅਤੇ ਉਹਨੂੰ ਪਰਖਣ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਸੀ। ਜਿਹੜੇ ਅੰਤਰਜਾਮੀ ਸੀ, ਦੋਨੋਂ ਯੁੱਗਾਂ ਦੇ ਜਾਣੀ ਜਾਣ ਸੀ, ਹਰ ਤਰ੍ਹਾਂ ਦਾ ਉਹਨਾਂ ਨੂੰ ਗਿਆਨ ਸੀ। ਪਰਖ ਦਾ ਤਾਂ ਅਣਜਾਣ ਬੰਦਾ ਹੁੰਦਾ ਹੈ। ਜੇ ਗੁਰੂ ਸਾਹਿਬ ਨੂੰ ਬਾਬਾ ਡੱਲ ਸਿੰਘ 'ਤੇ ਕਿਸੇ ਤਰ੍ਹਾਂ ਦਾ ਵੀ ਸ਼ੱਕ ਸ਼ੁਬਾ ਹੁੰਦਾ ਤਾਂ ਉੱਥੇ ਉਹ ਇੰਨਾ ਚਿਰ ਠਹਿਰਦੇ ਨਹੀਂ ਸਨ, ਇੱਥੇ ਉਹ ਆਉਂਦੇ ਨਹੀਂ ਸਨ। ਜਦੋਂ ਗੁਰੂ ਸਾਹਿਬ ਰਾਤ ਨੂੰ ਵਿਸ਼ਰਾਮ ਕਰਦੇ ਸਨ, ਐਡਾ ਵੱਡਾ ਚੌਧਰੀ ਇੰਨੀ ਜਾਇਦਾਦ ਦਾ ਮਾਲਕ ਹੋਣ ਦੇ ਬਾਵਜੂਦ ਗੁਰੂ ਸਾਹਿਬ 'ਤੇ ਬਾਬਾ ਡੱਲ ਸਿੰਘ ਪਹਿਰਾ ਦਿੰਦੇ ਸਨ ਵੀ ਗੁਰੂ ਸਾਹਿਬ 'ਤੇ ਕੋਈ ਬੰਦਾ ਹਮਲਾ ਨਾ ਕਰੇ। ਔਰੰਗਜ਼ੇਬ ਨੇ ਬਾਬਾ ਡੱਲ ਸਿੰਘ ਹੋਰਾਂ ਨੂੰ ਇੱਕ ਚਿੱਠੀ ਭੇਜੀ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਮੁਗਲੀਆ ਹਕੂਮਤ ਦੇ ਹਵਾਲੇ ਕਰ ਦਿਓ, ਅਸੀਂ ਤੁਹਾਡਾ ਰਾਜ ਭਾਗ ਵੱਡਾ ਕਰ ਦਿਆਂਗੇ, ਤੁਹਾਨੂੰ ਹੋਰ ਜਾਇਦਾਦਾਂ ਜੋ ਦੇਵਾਂਗੇ। ਬਾਬਾ ਡੱਲ ਸਿੰਘ ਹੋਰਾਂ ਨੇ ਮੋੜ ਕੇ ਚਿੱਠੀ ਲਿਖੀ, ਹਮ ਗੁਰੂ ਕੇ ਗੁਰੂ ਹਮਾਰੇ ਨਹੀਂ ਦਿਏਂਗੇ ਬਿਨਾ ਮਰੇ ਔਰ ਮਾਰੇ। ਇਹ ਚਿੱਠੀ ਗੁਰੂ ਸਾਹਿਬ ਨੇ ਆਪ ਪੜ੍ਹੀ। ਜਦੋਂ ਚਿੱਠੀ ਬਾਬਾ ਡੱਲ ਸਿੰਘ ਨੇ ਭੇਜੀ, ਗੁਰੂ ਸਾਹਿਬ ਨੇ ਸੰਗਤਾਂ ਨੂੰ ਕਿਹਾ ਵੀ ਭਾਈ ਦੇਖੋ ਡੱਲ ਸਿੰਘ ਨੇ ਕੀ ਲਿਖਿਆ। ਜੇ ਬਾਬਾ ਡੱਲ ਸਿੰਘ ਉਹਨਾਂ ਦੇ ਵਿਸ਼ਵਾਸ ਪਾਤਰ ਨਾ ਹੁੰਦੇ ਜਾਂ ਉਹਨਾਂ ਦੀ ਗੱਲ 'ਤੇ ਪੂਰਾ ਉਤਰਨ ਵਾਲੇ ਨਾ ਹੁੰਦੇ, ਤੁਸੀਂ ਅੱਜ ਦੇ ਜ਼ਮਾਨੇ 'ਚ ਹੀ ਲਾ ਲਓ, ਜੇ ਆਪਾਂ ਕਿਸੇ ਰਿਸ਼ਤੇਦਾਰ ਦੇ ਘਰੇ ਜਾਈਏ ਅਤੇ ਉਹ ਆਪਣੇ ਨਾਲ ਚੰਗਾ ਵਿਹਾਰ ਨਾ ਕਰੇ, ਆਪਾਂ ਇੱਕ ਘੰਟਾ ਨਹੀਂ ਠਹਿਰ ਸਕਦੇ। ਗੁਰੂ ਸਾਹਿਬ ਇੱਥੇ 1.5 ਸਾਲ ਰਹੇ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਇੱਥੇ ਦੁਆਰਾ ਬੀੜ ਲਿਖੀ ਗਈ। ਜਦੋਂ ਧੀਰ ਮੱਲੀਆਂ ਨੇ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ,
ਉਦੋਂ ਗੁਰੂ ਸਾਹਿਬ ਨੇ ਦੁਆਰਾ ਬੀੜ ਲਿਖਣ ਦਾ ਜਿਹੜਾ ਬੀੜਾ, ਇੱਥੇ 48 ਕਵੀ ਸਨ, ਲਿਖਾਰੀ ਸਨ, ਉਹਨਾਂ ਕੋਲ ਉਹਨਾਂ ਨੂੰ ਕਿਹਾ। ਗੁਰੂ ਸਾਹਿਬ ਦੇ ਕਹਿਣ ਤੇ ਬਾਬਾ ਡਲ ਸਿੰਘ ਹੋਰਾਂ ਨੇ ਸ਼ਾਹੀ ਦਾ ਪ੍ਰਬੰਧ ਕੀਤਾ, ਜਿਹਦੇ 'ਚ ਸੋਨਾ ਟੱਚ ਹੈ, ਸੋਨਾ ਮਿਲਾਇਆ ਹੋਇਆ। ਉਸ ਟਾਈਮ ਚੀਨ ਤੋਂ ਕਾਗਜ਼ ਮੰਗਵਾ ਕੇ ਦਿੱਤਾ, ਜਿਹਦੇ 'ਤੇ 5 ਸਰੂਪ ਜਿਹੜੇ ਅੱਜ ਪੰਜੇ ਤਖਤਾਂ 'ਤੇ ਸੁਸ਼ੋਭਿਤ ਨੇ। ਜੇ ਇੰਨਾ ਕੁਛ ਕਰਨ ਵਾਲਾ ਬੰਦਾ, ਪਹਿਲੀ ਗੱਲ ਤਾਂ ਐਡੇ ਗੁਰੂ ਨੂੰ ਕਿਸੇ ਨੂੰ ਪਰਖਣ ਦੀ ਲੋੜ ਹੀ ਨਹੀਂ ਹੈ। ਜਿਹੜੇ ਅੰਤਰਜਾਮੀ ਉਹ ਕਿਸੇ ਨੂੰ ਕਿਉਂ ਪਰਖਣਗੇ? ਜਿਹੜੇ 1.5 ਸਾਲ ਤੋਂ ਉੱਥੇ ਰਹਿ ਸਕਦੇ ਆ। ਜੇ ਇਹਦਾ ਮਤਲਬ ਤਾਂ ਕਿਉਂ ਇਤਿਹਾਸ ਸਾਡਾ ਬਦਲਦਾ ਕੁਛ ਮੁਗਲਾਂ ਨੇ ਬਦਲਿਆ, ਕੁਛ ਉਦੋਂ ਬਾਅਦ ਸਰਕਾਰਾਂ ਨੇ ਬਦਲਿਆ। ਮੈਂ ਤੁਹਾਡੇ ਇੱਕ ਗੱਲ ਇਹ 'ਚ ਹੋਰ ਐਡ ਕਰਦਾ ਵੀ ਜਿਹੜੀ ਅੱਜ ਦਮਦਮਾ ਸਾਹਿਬ ਦੇ ਨਾਲ ਸੰਬੰਧਿਤ ਨਹੀਂ, ਸਾਡੇ ਇਤਿਹਾਸਕਾਰ, ਸਾਡੇ ਢਾਡੀ ਕਹੀ ਜਾਂਦੇ ਆ, ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਗਿਆ, ਮਾਤਾ ਗੁਜਰ ਕੌਰ ਨੇ ਠੰਡੇ ਬੁਰਜ 'ਚੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਜਿਹੜੀ ਮਾਤਾ ਦੇ ਪਰਿਵਾਰ 'ਚ ਇੰਨੇ ਸ਼ਹੀਦ ਹੋਣ, ਪੋਤਰੇ 4 ਸ਼ਹੀਦ ਹੋਣ, ਪੁੱਤਰ ਸ਼ਹੀਦ ਹੋਵੇ, ਪਤੀ ਸ਼ਹੀਦ ਹੋਵੇ, ਦੋਤੇ ਪੋਤੇ ਸ਼ਹੀਦ ਹੋਣ, ਕਦੇ ਵੀ ਜਿਹੜੀ ਖੁਦਕੁਸ਼ੀ ਬੁਜ਼ਦਿਲ ਕਰਦਾ ਹੈ, ਜਿਹੜੇ ਗੁਰੂ ਗੋਬਿੰਦ ਸਿੰਘ ਦੀ ਮਾਂ ਤੇ ਗੁਰੂ ਤੇਗ ਬਹਾਦਰ ਦੀ ਪਤਨੀ ਕਰ ਸਕਦੀ ਹੈ। ਤੇ ਸਾਡੀਆਂ ਸਟੇਜਾਂ 'ਤੇ ਅੱਜ ਵੀ ਉਹੀ ਮਾਤਾ ਜੀ ਨੇ ਠੰਡੇ ਬੁਰਜ 'ਚੋਂ ਛਾਲ ਮਾਰੀ। ਉਹ ਸਾਡੇ ਇਤਿਹਾਸ ਨੂੰ, ਸਾਡੇ ਜਿਹੜੇ ਸਿੱਖ ਧਰਮ ਨਾਲ ਜੁੜੇ ਹੋਏ ਆ, ਉਹਨਾਂ ਨੂੰ ਤੋੜ ਮਰੋੜ ਕੇ, ਨਾ ਸਾਡੀ ਅੱਜ ਦੀ SGPC, ਨਾ ਸਾਡੇ ਧਾਰਮਿਕ ਆਗੂ, ਜੋ ਗੱਲ ਚੱਲੀ ਆਉਂਦੀ ਹੈ ਉਸੇ ਨੂੰ ਹੀ ਢੋਲ ਕੁੱਟੀ ਜਾਂਦੇ ਆ। ਇਹ ਸਾਡੀ ਅਨਪੜ੍ਹਤਾ ਦਾ, ਸਾਡੀ ਬੇਵਕੂਫੀ ਦਾ ਸਬੂਤ ਹੈ। ਰਣਬੀਰ ਸਿੰਘ ਜੀ, ਸਾਡੇ ਨਾਲ ਗੱਲਬਾਤ ਕਰਨ ਲਈ, ਵਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਬਹੁਤ ਬਹੁਤ, ਕਿਉਂਕਿ ਸਾਡੇ ਪਰਿਵਾਰ ਬਾਰੇ, ਦਮਦਮਾ ਸਾਹਿਬ ਬਾਰੇ, ਸਿੱਖ ਇਤਿਹਾਸ ਬਾਰੇ ਤੁਸੀਂ ਬੜਾ ਵਧੀਆ ਬੀੜਾ ਚੁੱਕਿਆ ਹੋਇਆ। ਕਿਉਂ ਸਾਡੀ ਕੌਮ ਸੁੱਤੀ ਹੋਈ ਹੈ, ਉਹਨੂੰ ਜਗਾਉਣ ਵਾਸਤੇ ਜਿੰਨੇ ਵੀ ਅਸੀਂ ਜਿੰਨਾ ਬੀੜਾ ਚੁੱਕ ਸਕਦੇ ਹਾਂ, ਸਾਨੂੰ ਚੁੱਕਣਾ ਚਾਹੀਦਾ। ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਜੁੜੇ ਹੋਏ ਸੀ ਅੱਖਰ ਦੇ ਨਾਲ, ਤੇ ਅਸੀਂ ਇਹੋ ਜਿਹੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਵਾਂਗੇ। ਜੁੜੇ ਰਹੋ ਅੱਖਰ ਦੇ ਨਾਲ।